अस्सलाम वालेकुम दोस्तों, मैं ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਤੇ ਤੁਸੀਂ ਵੇਖਦੇ ਪਏ ਹੋ ਡਿਜੀਟਲ ਕਿਸਾਨ ਪਾਕਿਸਤਾਨ। ਤੇ ਕਿਸਾਨ ਵੀਰ ਭਰਾਓ, ਮੱਕੀ ਜਨਾਬ ਗਏ ਗਈ ਹੈ ਤੇ ਵਾਰੀ ਆ ਗਈ ਹੈ ਵੇਚਣ ਦੀ ਤੇ ਤੋਲ ਵੀ ਆ ਗਿਆ ਤੇ ਬੋਰੀਆਂ ਭਰੀਆਂ ਪਈਆਂ ਨੇ। ਪੱਲੇਦਾਰਾਂ ਦਾ ਲੀਡਰ ਸਾਡੇ ਨਾਲ ਮੌਜੂਦ ਹੈ, ਉਹਦੇ ਕੋਲ ਪੁੱਛਨੇ ਆ ਵੀ ਜਿਹੜਾ ਵੱਟਾ ਬਣਦੇ ਹੈਗੇ ਨੇ, ਮਤਲਬ ਜਦੋਂ ਅਸੀਂ ਖਾਦ ਲੈਣ ਜਾਂਦੇ ਹਾਂ ਸ਼ਹਿਰ ਵਿੱਚੋਂ ਤਾਂ ਸਾਨੂੰ 50 ਕਿਲੋ ਦੀ ਬੋਰੀ ਮਿਲਦੀ ਹੈ ਤੇ ਜਦੋਂ ਅਸੀਂ ਮੱਕੀ ਸੇਲ ਕਰਨੇ ਆ, ਮੂੰਜੀ ਸੇਲ ਕਰਨੇ ਆ, ਕਣਕ ਸੇਲ ਕਰਨੇ ਆ, ਕੋਈ ਸ਼ੈ ਵੀ ਵੇਚਨੇ ਆ, ਉਹਦੇ ਨਾਲ ਸਾਨੂੰ ਇਜ਼ਾਫੀ ਜਿਹੜੇ ਨੇ ਕਿਲੋ 2 ਕਿਲੋ ਉਹ ਦੇਣੇ ਪੈਂਦੇ ਨੇ। ਤੇ ਉਹਦੇ ਬਾਰੇ ਮਾਲੂਮਾਤ ਲੈਂਦੀ ਜਿਹੜੇ ਨੇ ਚੁੰਗੀ ਜਿਹੜੀ ਖਾਸ ਕਰਕੇ ਲੈਂਦੇ ਹੈਗੇ ਨੇ ਕਿਸਾਨ ਭਾਈਆਂ ਤੋਂ, ਉਹ ਖੁਦ ਕਿਉਂ ਨਹੀਂ ਦਿੰਦੇ ਜਾਂ ਖੁਦ ਇਹਨਾਂ ਨੂੰ ਕਿੰਨੀ ਮਜ਼ਦੂਰੀ ਦਿੰਦੇ ਨੇ ਤੇ ਇਹਨਾਂ ਦਾ ਗੁਜ਼ਾਰਾ ਕਿਹਦਾ ਹੁੰਦਾ ਪਿਆ। ਆਓ ਚਲੀਏ ਸਾਰੀਆਂ ਗੱਲਾਂ ਇਹਨਾਂ ਮਜ਼ਦੂਰ ਭਾਈਆਂ ਤੋਂ ਪੁੱਛੀਏ। अस्सलाम वालेकुम जी। छोटे भाई की हाल है तेरा? अल्लाह दा करम भाई जी। ਤੇ ਕੀ ਨਾਂ ਹੈ ਤੁਹਾਡਾ? मेरा नाम जी मोहम्मद बिनियामीन। ਮੁਹੰਮਦ ਬਿਨਯਾਮੀਨ। ਤੇ ਭਾਈਜਾਨ ਪੱਲੇਦਾਰੀ ਕਦੋਂ ਦੀ ਕਰਦੇ ਪਏ ਜੇ? ਇਹ ਪੱਲੇਦਾਰੀ ਕਰਦੇ ਪਏ ਵਾਵਾ ਦੇਰ ਦੀ ਕਰਦੇ ਪਏ, ਲੇਕਿਨ ਪਹਿਲੇ ਛੱਡ ਦਿੱਤੀ ਸੀ, ਹੁਣ ਫਿਰ ਕੋਈ 4-5 ਦਿਨ ਕਰਨ ਲੱਗੇ। ਠੀਕ ਹੋ ਗਿਆ, 4-5 ਦਿਨਾਂ ਦੀ ਕਰਨ ਲੱਗੇ। ਹਾਂਜੀ, ਪਹਿਲੇ ਕਰਦੇ ਛੱਡ ਦਿੱਤੀ। ਕਰਦਿਆਂ ਨੇ ਤੇ ਛੱਡ ਦਿੱਤੀ। ਹਾਂਜੀ ਤੇ ਇਹ ਮੈਨੂੰ ਦੱਸੋ ਵੀ ਇਹ ਜਿਹੜਾ ਬੋਰਾ ਭਰਿਆ ਪਿਆ ਹੈ ਹਾਂਜੀ, ਇਹ ਕਿੰਨੇ ਕਿਲੋ ਦਾ ਹੈ? ਇਹ 70 ਕਿਲੋ ਦਾ। 70 ਕਿਲੋ ਦਾ। ਹਾਂਜੀ, ਤੇ ਇਜ਼ਾਫੀ ਕਿੰਨਾ ਵਜ਼ਨ ਲੈਂਦੇ ਜੇ ਕਿਸਾਨ ਭਾਈਆਂ ਤੋਂ? ਇਹ ਇਜ਼ਾਫੀ ਵਜ਼ਨ ਜੀ ਲੈਂਦੇ ਹਨ, ਮੇਰੇ ਖਿਆਲ ਹੈ ਜੀ ਕਿ 1.25 ਕਿਲੋ। ਸਵਾ ਕਿਲੋ? ਕਿਲੋ 1.25 ਕਿਲੋ ਲੈਂਦੇ ਨੇ। 1.25 ਕਿਲੋ। ਹਾਂਜੀ। ਤੇ ਕਣਕ ਦਾ ਤੋੜਾ ਕਿੰਨਾ ਲੈਂਦੇ ਜੇ? ਕਣਕ ਦਾ ਤੋੜਾ ਵੀ ਜੀ ਉਹ ਮੇਰੇ ਖਿਆਲ 50 ਕਿਲੋ ਮਗਰ ਕਿਲੋ ਲੈਂਦੇ ਨੇ। ਕਿਲੋ ਲੈਂਦੇ ਜੇ। ਹਾਂਜੀ, ਤੇ ਇਸੇ ਤਰੀਕੇ ਪਿੱਛੇ ਰਹਿ ਗਈ ਮੂੰਜੀ। ਮੂੰਜੀ ਦਾ ਕਿੰਨਾ? ਮੂੰਜੀ ਦਾ ਵੈਸੇ ਤਰੀਕੇ ਚੱਲਦਾ ਜੀ। ਇਸੇ ਤਰੀਕੇ ਚੱਲਦਾ ਹੈ। ਤੇ ਇਹ ਮੈਨੂੰ ਦੱਸੋ ਤੁਹਾਡੀ ਜਿਹੜੀ ਮਜ਼ਦੂਰੀ ਹੈ ਹਾਂਜੀ, ਇਹ ਆੜਤੀ ਅਦਾ ਕਰਦਾ ਹੈ ਜਾਂ ਜ਼ਮੀਂਦਾਰ ਦੇ ਖਾਤੇ ਹੈ? ਨਹੀਂ ਜੀ, ਜਿਹੜੀ ਆ ਨਾ ਮਜ਼ਦੂਰੀ ਵਾਰ ਤੇ ਅਦਾ ਕਰਦਾ ਹੈ। ਉਹ ਆੜਤੀ ਅਦਾ ਕਰਦਾ ਹੈ। ਹਾਂਜੀ, ਤੇ ਸਾਡੇ ਕੋਲ ਪਾਈਆ ਚੁੰਗੀ ਕਿਸ ਵਾਸਤੇ ਲੈਂਦੇ ਜੇ? ਉਹ ਵੀ ਮਜ਼ਦੂਰੀ ਚ ਗਿਣਦੀ ਹੈ ਜੀ। ਮਤਲਬ ਵੀ ਉਹ ਮਤਲਬ ਐਵੇਂ ਬਣ ਗਿਆ ਜੀ ਕਿ ਯਾਨੀ ਕਿ ਜੋ ਵੀ ਆਣ ਆਪਾਂ ਜਾਂ ਮਣ ਚੁੰਗੀ ਉਹ ਜ਼ਿਮੀਦਾਰ ਜੇ ਮਨੂੰ ਸਾਨੂੰ ਦਿੰਦੀ ਖੁਸ਼ੀ ਨਾਲ। ਨਹੀਂ ਅਸੀਂ ਤਾਂ ਖੁਸ਼ੀ ਨਾਲ ਨਹੀਂ ਨਹੀਂ ਦੇਣੇ। ਨਹੀਂ, ਖੁਸ਼ੀ ਤੋਂ ਮਜ਼ਰਾ ਦੇਵੇਂ ਕਿ ਨਾ ਪਾਈਆ ਮਣ ਤੁਸੀਂ ਦਿੰਦੇ ਨੇ ਸਾਨੂੰ ਚੁੰਗੀ ਕਿ ਅਸੀਂ ਆਣੇ ਆ ਥੋੜਾ ਮਿਹਨਤ ਕਰਨੇ ਕੰਮ ਕਰਨੇ ਆ। ਅਸੀਂ ਨਹੀਂ ਤੁਹਾਨੂੰ ਬੁਲਾਣੇ ਹੈ। ਧੰਦਾਰ ਦੀ ਗੱਲ ਦਾ ਹੈ। ਹਾਂਜੀ, ਅੱਧੀ ਯਾਨੀ ਕਿ ਉਧਰ ਬਣ ਜਾਂਦੀ ਹੈ। ਅਗਰ ਉਧਰ ਬਣੇ 15 ਰੁਪਏ ਤੇ 15 ਰੁਪਏ ਵਿੱਚ ਬਲਕਿ 15 ਨਹੀਂ ਬਣਦੇ, ਬਣਦੀ 500 ਰੁਪਏ ਨਾਲ। ਇਹ ਪਾਈਆ ਮਣ ਸਾਡੇ ਵੱਲੋਂ 5 ਰੁਪਏ ਬਣ ਗਏ। ਹਾਂਜੀ, ਪਾਈਆ ਮਣ ਇਹ ਬਣਦੀ 5। ਕਣਕ ਦੀ ਵੀ ਪਾਈਆ ਮਣ ਹੈ। ਹਾਂਜੀ, ਆਏ ਹਰ ਚੀਜ਼ ਦੀ ਪਾਈਆ ਮਣ। ਹਰ ਚੀਜ਼ ਦੀ ਪਾਈਆ ਮਣ ਹੈ। ਮਤਲਬ ਅਗਰ ਤੁਸੀਂ ਤਿਲੀ ਤੋਲੋ ਤਾਂ ਉਹ ਤਾਂ ਫਿਰ ਚੋਖੇ ਪੈਸੇ ਬਣ ਗਏ। ਤਿਲੀ ਤਾਂ ਮਹਿੰਗੀ ਹੁੰਦੀ ਹੈ। ਹਾਂਜੀ, ਉਹ ਵੀ ਪਾਈਆ ਮਣ ਚੱਲਦੀ। ਹਾਂਜੀ, ਉਹ ਕੋਈ ਦਿੰਦੇ ਹਨ, ਕੋਈ ਨਹੀਂ ਦਿੰਦੇ। ਅੱਛਾ, ਕੋਈ ਦਿੰਦੇ ਨੇ ਕੋਈ ਨਹੀਂ ਦਿੰਦੇ। ਉਹ ਯਾਨੀ ਕਿ ਉਵੇਂ ਨਾਲ ਪੈਸੇ ਦੇ ਥੋੜਾ ਮਾਲ ਦੇ ਨਾਲ 1500 ਰੁਪਇਆ ਦੇ ਦਿੱਤਾ। ਅੱਛਾ, ਪੈਸੇ ਦੇ ਦਿੰਦੇ ਨੇ। ਤੇ ਆੜਤੀ ਜਿਹੜੇ ਨੇ ਉਹ 7 ਰੁਪਏ ਦਿੰਦੇ ਨੇ। ਹਾਂਜੀ, ਇਹ ਕਿੰਨੇ ਸਾਲਾਂ ਤੋਂ ਇਹ ਮਜ਼ਦੂਰੀ ਚੱਲਦੀ ਪਈ ਤੁਹਾਡੀ? 10 ਸਾਲ ਹੋ ਗਏ ਨੇ, 5 ਹੋ ਗਏ ਨੇ, 20 ਸਾਲ ਹੋ ਗਏ ਨੇ? ਇਹ ਪਹਿਲੇ ਚੱਲਦੀ ਰਹੀ ਹੈ ਜੀ 5 ਰੁਪਏ, ਲੇਕਿਨ ਹੁਣ ਮਹਿੰਗਾਈ ਦੇ ਦੌਰ ਨੂੰ ਵੇਖ ਤੇ ਮਜ਼ਦੂਰੀ ਤਾਂ ਘੱਟ ਹੈ, ਲੇਕਿਨ ਹੁਣ 7 ਰੁਪਏ ਹੋਈ ਹੈ। ਹੁਣ 7 ਰੁਪਏ ਹੋ ਗਈ ਹੈ। ਤੇ ਪਾਈਆ ਮਣ ਪਹਿਲਾਂ ਹੀ ਹੈ? ਪਾਈਆ ਮਣ ਸਟਾਰਟਿੰਗ ਪਈ ਹੈ। ਇਹ ਸਟਾਰਟਿੰਗ ਤੋਂ ਹੀ ਹੈ। ਤੇ ਇਹ ਮੈਨੂੰ ਦੱਸੋ ਵੀ ਹੁਣ ਇਹਦੇ ਨਾਲ ਗੁਜ਼ਾਰਾ ਹੋ ਜਾਂਦਾ ਤੁਹਾਡਾ? ਬਸ ਗੁਜ਼ਾਰਾ ਯਾਨੀ ਮਹਿੰਗਾਈ ਵਿੱਚ ਬਸ ਗੁਜ਼ਾਰਾ ਹੀ ਕਰਨਾ ਹੈ ਕਿ ਹੋਰ ਕੀ ਇਹਦੇ 'ਚ ਕੀ ਬਣਨਾ। ਗੁਜ਼ਾਰੇ ਲਾਇਕ ਹੀ ਹੈ। ਬਿਨਿਆਮੀਨ ਭਾਈ ਕਿੰਨੇ ਬੱਚੇ ਨੇ ਤੁਹਾਡੇ? ਮੇਰੇ ਕੋਲ 3 ਬੱਚੇ ਹਨ ਜੀ। 3 ਬੱਚੇ ਨੇ, ਇੱਕ ਮਾਂ ਦਾ ਹੈ ਹਾਂਜੀ ਤੇ 5 ਜਣੇ ਖਾਂਦੇ ਜੇ। ਹਾਂਜੀ, ਤੇ ਬਾਲ ਬੱਚੇ ਸਕੂਲ ਵੀ ਜਾਂਦੇ ਨੇ ਜਾਂ ਕੋਈ ਨਹੀਂ? ਜਾਂਦੇ ਹਨ ਜੀ। ਜਾਂਦੇ ਨੇ। ਹਾਂਜੀ, ਉਹ ਸਕੂਲ ਦੀ ਫੀਸ ਭਰ ਲੈਂਦੇ ਜੇ? ਫੀਸ ਉਸ ਬਸ ਜੀ ਗੁਜ਼ਾਰੇ ਲਾਇਕ ਬਰੀਜ ਰਹੀ ਹੈ। ਮਹਿੰਗਾਈ ਯਾਨੀ ਦੇ ਵਿੱਚ ਬਸ ਗੁਜ਼ਾਰੇ ਤੇ ਰਹਿ ਕੇ ਬਰੀਜ ਰਹੀ ਹੈ। ਕਦੇ ਦੇ ਦਿੱਤੀ ਤੇ ਕਦੇ ਮਹੀਨੇ ਦੀ ਇਕੱਠੀ ਦੇ ਦਿੱਤੀ ਤੇ ਕਦੇ ਤੁਹਾਨੂੰ ਜਾ ਕੇ ਕਹਿ ਦਿੱਤਾ ਜੀ ਦੇ ਦੇਸਾਂ। ਦੇ ਦੇਸਾਂ। ਹਾਂਜੀ, ਕਦੇ ਕੋਈ ਉਧਾਰ ਕਰ ਲਿਆ? ਕਦੇ ਉਧਾਰ ਕਰ ਲਿਆ ਜੀ। ਤੇ ਇਹ ਮੈਨੂੰ ਦੱਸੋ ਬਿਜਲੀ ਦੇ ਬਿੱਲਾਂ ਦੇ ਬਾਰੇ ਮੈਨੂੰ ਦੱਸੋ ਵੀ ਕੀ ਬਿਜਲੀ ਦੇ ਬਿੱਲ ਜੀ ਬਹੁਤ ਤੇਜ਼ ਆਣ। ਮੇਰਾ 106 ਯੂਨਿਟ ਸੜੇ ਨੂੰ ਘਰ ਦੇ ਤੇ ਜਿੰਦੇ ਵਿੱਚ ਜੀ ਮੈਨੂੰ 9000 12000 ਤੇ ਕੁਝ ਰੁਪਏ ਬਿੱਲ ਆਇਆ। ਅੱਛਾ, ਤੂੰ ਕਿਵੇਂ ਪੂਰਾ ਕਰਦੇ ਪਏ ਜੀ? ਬਸ ਜੋ ਐਸਰੀ ਕੋਈ ਨਹੀਂ ਭਰਾ ਹੀ ਨਹੀਂ ਗਿਆ, ਪੈਸੇ ਪੂਰੇ ਨਹੀਂ ਭਰਾ ਹੀ ਨਹੀਂ ਗਿਆ। ਤੇ ਸਭ ਤੋਂ ਛੋਟੀ ਚੀਜ਼ ਹੈ ਜੀ ਮਾਚਿਸ। ਘਰ ਦੇ ਵਿੱਚ 24 ਘੰਟੇ ਇਸਤੇਮਾਲ ਹੁੰਦੀ ਹੈ। ਉਸ ਤੋਂ ਬਾਅਦ ਆ ਗਿਆ ਜੀ ਘਿਓ, ਆ ਗਿਆ ਚੀਨੀ, ਪੱਤੀ, ਜਿਹੜੇ ਚੀਜ਼ ਘਰ ਦੇ ਇਸਤੇਮਾਲ ਦੇ ਹਨ। ਪਹਿਲੇ ਸਸਤਾ ਸੀ ਘਿਓ, ਲੇਕਿਨ ਹੁਣ ਆ ਕੇ ਫਿਰ 500 ਤੋਂ ਕ੍ਰਾਸ ਕਰ ਗਿਆ। ਠੀਕ ਹੈ ਨਾ, ਲੇਕਿਨ ਹੁਣ ਇਹਦੇ 'ਚ ਮਹਿੰਗਾਈ 'ਚ ਆ ਕੇ ਹੁਣ ਮਜਬੂਰੀ ਤਹਿਤ ਕਰਨਾ ਪੈਂਦਾ ਹੈ ਕਿ ਇਹ ਨਾ ਕਰੀਏ ਤਾਂ ਹੋਰ ਕੰਮ ਵੀ ਨਹੀਂ। ਠੀਕ ਹੈ, ਅਗਰ ਕੋਈ ਹੋਰ ਮਜ਼ਦੂਰੀ ਹੈ ਤਾਂ ਉਹ ਥੱਲੇ ਆਈ ਜਾ ਰਹੀ ਹੈ। ਕੀ ਜੀ ਹਕੂਮਤ ਟੈਕਸ ਲਾਈ ਜਾ ਰਹੀ ਹੈ। ਕਿਹਦਾ ਟੈਕਸ ਲੱਗ ਰਿਹਾ ਜੀ? ਸਾਡੇ ਦਾ ਟੈਕਸ ਲੱਗ ਰਿਹਾ। ਅਸੀਂ ਮਜ਼ਦੂਰੀਆਂ ਘੱਟ ਦੇਵਾਂਗੇ ਤਾਂ ਪੂਰੇ ਹੋਣਗੇ। ਤਾਂ ਪੂਰੇ ਹੋਣਗੇ। ਤਾਂ ਪੂਰੇ ਹੋਣਗੇ। ਹਾਂਜੀ, ਆਪਣਾ ਕੀ ਹਾਲ ਹੈ? ਆਪਣਾ ਵੀ ਕੋਈ ਬਿਜਲੀ ਦਾ ਹੈ ਜਾਂ ਆਪਾਂ ਬਿਜਲੀ ਤੋਂ ਬਗੈਰ ਹੈ? ਬਿਜਲੀ ਤੋਂ ਬਗੈਰ ਮੀਟਰ ਕਟਵਾ ਦਿੱਤਾ ਹੈ? ਕਟਵਾ ਕੇ ਮੀਟਰ ਤੇ ਹਾਂਜੀ, ਤੁਹਾਡੀ ਕੀ ਪੋਜੀਸ਼ਨ ਹੈ? ਬਿਜਲੀ ਦਾ ਬਿੱਲ ਚੜਿਆ ਜਾ ਰਿਹਾ। ਕਿੰਨਾ ਆਇਆ ਇਸ ਵਾਰੀ? ਬਿਜਲੀ ਦਾ ਬਿੱਲ ਤਾਂ ਅਖੀਰ ਕੀਤੀ ਜਾ 8000 ਰੁਪਏ ਤੁਹਾਨੂੰ ਵੀ ਆਇਆ ਜੀ। ਤੇ ਹੁਣ ਕਿਵੇਂ ਫਿਰ 8000 ਪੂਰਾ ਕੀਤਾ ਹੈ? ਇਹ ਜੀ ਕਿਸ਼ਤਾਂ ਲੈਂਦੇ ਆ। ਪੱਲੇਦਾਰੀ ਕਰਕੇ ਜੀ ਪੂਰਾ ਕੀਤਾ ਹੈ। ਇਸ ਤੋਂ ਇਲਾਵਾ ਹੋਰ ਵਿਚਾਰੇ ਨਹੀਂ ਹੈਗਾ। ਦਿਨ ਰਾਤ ਮਜ਼ਦੂਰੀ ਕੀਤੀ ਹੈ ਤੇ ਬਿੱਲ ਪੂਰਾ ਹੋਇਆ ਤੇ ਉਹ ਅਦਾ ਕੀਤਾ। ਤੇ ਉਹ ਅਗਲੇ ਮਹੀਨੇ ਮੁੜ ਆ ਜਾਸੀ। ਉਹ ਮੁੜ ਇਸੇ ਕੰਮ ਲੱਗੇ ਤੇ ਮੁੜ ਵੀ ਖੜੇ ਹੀ ਗੁਜ਼ਾਰਾ ਤਾਂ ਕਰਨਾ ਹੀ ਹੈ। ਗੁਜ਼ਾਰਾ ਕਰਨਾ ਹੈ। ਹਾਂਜੀ, ਤੇ ਕੀ ਹੁਕੂਮਤ ਨੂੰ
ਮਸ਼ਵਰਾ ਦਿਓਗੇ ਵੀ ਕਿਵੇਂ ਹਕੂਮਤ ਨੂੰ ਮਸ਼ਵਰਾ ਇਹੋ ਹੀ ਦੇਵਾਂਗੇ ਵੀ ਆ ਸਾਡੀ ਤਾਂ ਗੱਲ ਛੱਡ ਜਾਣ, ਆ ਮਹਿੰਗਾਈ ਤੋੜਨ ਕੁਝ, ਅਸੀਂ ਤਾਂ ਇਹੋ ਹੀ ਕਹਿ ਸਕਨੇ। ਬਸ ਇਹਨੇ ਮਹਿੰਗਾਈ ਹੈ ਜੀ, ਪੱਲੇਦਾਰੀ ਕਰ ਰਹੇ ਆ, ਜਿੰਨੀ ਵਜ੍ਹਾ ਤੋਂ ਬਾਅਦ ਜਿਨਸਾਂ ਦਾ ਰੇਟ ਜ਼ਿਮੀਦਾਰਾਂ ਦਾ ਘਟੀ ਜਾ ਰਿਹਾ। ਟੀਵੀਆਂ ਸੁਣਨੇ ਆ ਜੀ ਇਹ ਸ਼ਾਇਦ ਸਸਤੀ ਹੋ ਗਈ ਹੈ ਜੀ, ਦਵਾਈ ਸਸਤੀ ਹੋ ਗਈ ਲਗਾਉਣ ਦਾਈਆਂ ਨੂੰ, ਖਾਦ ਹੋ ਗਈ ਹੈ, ਸਪਰੇ ਹੋ ਗਿਆ ਨੂੰ, ਲੇਕਿਨ ਸਸਤੇ ਨਹੀਂ ਹੋ ਰਿਹਾ ਹੈ। ਠੀਕ ਹੈ, ਉਹ ਉੱਤੇ ਖੜੇ ਨੂੰ ਤੇ ਜ਼ਿਮੀਦਾਰ ਦੀ ਜਿਹੜੀ ਜਿਨਸ ਹੈ ਉਹ ਘਟੀ ਜਾ ਰਹੀ ਹੈ। ਅੱਗੇ ਸਾਨੂੰ ਕੋਈ ਦੇ ਦਿੰਦਾ, ਛੋਟਾ ਜਿਹਾ ਪੇੜ ਵੀ ਹੁੰਦਾ ਆ 10-20 ਸੱਠੀ ਜਾਂਦੇ ਆ। ਹੁਣ ਜਿੰਦਾ ਕੋਈ 10-20 ਕਿੱਲੇ ਦਾ ਭਰੀਏ ਨਾ ਤੋਂ ਆਂਦਾ ਭਾਉ ਅੱਲਾ ਦਾ ਨਾਲ ਮੇਰੇ ਕੋਲ ਕੋਣੀ ਹੈਗੇ ਨੇ। ਕੀ ਮਹਿੰਗਾਈ ਬੜੀ ਖਰਚਾ ਬੜਾ ਕੀਤਾ ਇਹਦੇ ਤੇ, ਮਤਲਬ ਪੀਪਾ ਵੀ ਨਹੀਂ ਦਿੰਦਾ, ਪੀਪਾ ਵੀ ਨਹੀਂ ਦਿੰਦੇ। ਕੋਈ ਆਣ ਜਿਹੜੇ ਹਾਲੀ ਤੱਕ ਜਿਨ੍ਹਾਂ ਨੂੰ ਰੱਬ ਬੜਾ ਕੁਝ ਦਿੱਤਾ ਹੋਇਆ ਦਿੰਦੇ ਆਣ ਚਾ, ਲੇਕਿਨ ਉਹ ਵੀ ਡਰ ਤੇ, ਡਰ ਕਿਉਂਕਿ ਬਾਈ ਬੜਾ ਰੇਟ ਘਟਾ ਹੋਇਆ। ਅੱਛਾ, ਤੁਹਾਡੇ ਕਹਿਣ ਦੇ ਮੁਤਾਬਕ ਹੈ ਵੀ ਕੋਈ ਹੋਰ ਸ਼ਈਆਂ ਨਹੀਂ ਸਸਤੀਆਂ ਹੋਈਆਂ, ਹਰ ਚੀਜ਼ ਮਹਿੰਗੀ ਹੋਈ ਹੈ। ਹਾਂਜੀ। ਜੋ ਵੀ ਤੁਸੀਂ ਬਾਜ਼ਾਰੋਂ ਲੈਣ ਜਾਂਦੇ ਹੋ, ਜੋ ਸਸਤਾ ਹੋਇਆ ਹੈ ਉਹ ਜ਼ਮੀਂਦਾਰਾਂ ਦੀਆਂ ਜ਼ਿਮੀਦਾਰ। ਫਸਲਾਂ ਹੀ ਹੋਈਆਂ ਨੇ, ਜ਼ਿਮੀਦਾਰ ਦਾ ਜੀ। ਜਿਹਦੇ ਵਿੱਚ ਕਣਕ ਹੋ ਗਈ, ਮਕਈ ਹੋ ਗਈ, ਮੂੰਜੀ ਹੋ ਗਈ, ਹਾਂਜੀ ਹਾਂਜੀ, ਤੇਲ ਹੋ ਗਿਆ। ਕਿਸਾਨ ਦੇ ਵਿੱਚ ਜੋ ਚੀਜ਼ ਹੈ ਸਾਰੀ ਸਸਤੀ ਹੋ ਰਹੀ ਹੈ। ਬਿਨਿਆਮੀਨ ਵੀ ਹੋਰ ਕੁਝ ਕਹਿਣਾ ਚਾਹੁੰਦੇ ਹੋ? और ये कुछ कहना चाहते हैं, सब तो पहले तो करना बिजली सस्ती, क्योंकि जिंदे विच गरीब बंदे दा गुजारा कोनी। क्यों इन्नी गर्मी है, बच्चा उत्ते पक्खा ना चले या बंदा घरी हो पक्खे थले ना सोवे, सुकून दी नींदर भी नहीं आती। सब तो पहले गुजारिश है साडी यही हुकूमत नूं कि बिजली सस्ती करन। हुकूमत बनने तो पहले कहंदे है कि 300 यूनिट फ्री देसे, हुण 300 की 3 नहीं फ्री छड्डदे पे, क्योंकि या 100 तो एक भी उत्ते लगा रुपया 12,000 बिल ठुक जाना। ये ना जी बिल तो लात गाल दिता जे फलाना टैक्स है तो फलाना टैक्स है। बकाया चीज़ा रह गई जी खावन पीवन वालियां, घ्यो है, खंड है, चीनी है, पत्ती दाला वगैरह हैं, ये सस्ते कर देन। साड़ी तो गुजारिश है असीं तां यही कह सकने हैं, मिन्नत करने हैं कि रब वास्ते कर साडे ये सस्ते चीज़ां कर देन, सानू गरीबां नूं चार ते जीवन देवन। और यार एक नसवार ही सस्ती कर दो, देख लो 5 रुपए दी सी ते 30 रुपए दी करती जे। ਲਓ ਜੀ, देख लो मैं तो ਇਹੋ ਹੀ ਕਰਾਣਾ ਚਾਹਨਾ। ਲੈ ਵੀ ਇਹ ਵੀ ਇਸ਼ੂ ਬੜਾ ਵੱਡਾ ਹੈ ਨਸਵਾਰ ਵਾਲਾ ਵੀ। ਇਹ 30 ਰੁਪਏ ਦੀ, ਇਹ 5 ਰੁਪਏ ਲਿਖੇ ਹੁੰਦੇ। ਲਓ ਜੀ, ਤੁਹਾਡਾ ਪੈਗਾਮ ਪਹੁੰਚ ਗਿਆ 30 ਰੁਪਏ ਦੀ। ਐ ਵੇਖੋ ਜੀ 30 ਰੁਪਏ ਦੀ ਹੈਗੀ ਹੈ। ਤੇ ਚਲੋ ਜੀ, ਤੁਹਾਡਾ ਵੀ ਪੈਗਾਮ ਪਹੁੰਚ ਗਿਆ। ਤੇ ਅੱਛਾ, ਜ਼ਾਰ ਕਿਉਂ ਲਗਾਉਂਦੇ ਪਏ ਜੇ? ਇਹ ਜ਼ਾਰ ਲਗਾਉਣ ਦੇ ਪੈਣ ਵਿੱਚ ਮਿੱਟੀ ਵਗੈਰਾ ਜਾਂ ਕੋਈ ਗੰਦ ਵਗੈਰਾ ਹੁੰਦਾ ਹੈ ਨਾ, ਤਾਂ ਜ਼ਾਰ ਲਗਾਉਣ ਨਾਲ ਨਿਕਲ ਜਾਂਦਾ ਹੈ। ਮੇਰਾ ਤਾਂ ਖਿਆਲ ਇਹਨਾਂ ਕੋਈ ਨਹੀਂ ਮੱਟੀ ਮੁੱਟੀ ਵਿੱਚ ਹੈਗੀ। ਨਹੀਂ ਨਿਕਲਦੀ ਪਈ ਹੈ ਜੀ, ਹੈਗੀ ਵਿੱਚ ਮਿੱਟੀ ਜਿਹੜੀ ਹੈ ਨਾ ਨਿਕਲ, ਫਿਰ ਜਦੋਂ ਤਰਪਾਲ ਇਕੱਠੀ ਕਰਨੇ ਆ ਤੇ ਫਿਰ ਛਿਕਨੇ ਆ ਨਾਲ ਥੱਲੇ ਲਾ ਦੇਣਗੇ। ਅੱਛਾ, ਮਤਲਬ ਵੀ ਇਹ ਜਦੋਂ ਰੇਟ ਚੰਗਾ ਫਸਲਾਂ ਦਾ ਹੁੰਦਾ ਸੀ ਉਦੋਂ ਤਾਂ ਜ਼ਾਰ ਜੂਰ ਦਾ ਰੋਲਾ ਹੀ ਕੋਈ ਨਹੀਂ ਸੀ, ਉਦੋਂ ਤਾਂ ਬਸ ਉਦੋਂ ਚੁੱਕ ਲੈ ਜਾਂਦੇ ਆ। ਹੁੰਦੀ ਹੈ ਤੇ ਸੌਰੀ ਜਾਂਦੀ ਡਾਇਰੈਕਟ ਮਿਲਾਂ 'ਚ, ਹੁਣ ਨਹੀਂ ਜਾਂਦੀ ਡਾਇਰੈਕਟ। ਹੁਣ ਇਹਨੂੰ ਮਿੱਲਾਂ ਵਾਲੇ ਵੀ ਅੱਗੋਂ ਨਖਰੇ ਕਰਦੇ ਨੇ, ਹੁਣ ਮਿੱਲਾਂ ਵਾਲੇ ਵੀ ਨਖਰੇ ਕਰਦੇ ਪਏ ਨੇ। ਮਿੱਲਾਂ ਵਾਲੇ ਵੀ ਅੱਗੋਂ ਨਖਰੇ ਕਰਦੇ ਨੇ। ਅੱਛਾ, ਤੁਹਾਡੇ ਅੰਦਾਜ਼ੇ ਨਾਲ ਝਾੜ ਕਿੰਨਾ ਕੁ ਆਉਂਦਾ ਪਿਆ ਜ਼ਮੀਂਦਾਰਾਂ ਦਾ ਮਕਈ ਦਾ? ਜਿਹੜੀ ਹੈ ਨਾ ਜੀ ਆਲੂ ਵਾਲੀ ਮਕਈ, ਉਹ ਤਕਰੀਬਨ 100 ਤੇ ਪਲੱਸ ਆ ਰਹੀ ਹੈ, ਯਾਨੀ ਕਿ 100 ਮਣ ਕੋ 2-4 ਮਣ ਵੱਧ ਰਹੀ ਹੈ। ਤੇ ਜਿਹੜੀ ਹੈਗੀ ਆ ਰਾਏ ਵਗੈਰਾ ਜਾਂ ਉੱਤੇ ਵੈਲੀ ਜ਼ਮੀਨ ਪਈ ਰਹੀ ਆ, ਉਹ 70-80 ਇੱਥੇ ਨਿਕਲ ਰਹੀ। ਠੀਕ ਹੋ ਗਿਆ। ਤੇ ਕਿਸਾਨ ਵੀਰ ਭਰਾਓ, ਇਹ ਜਨਾਬ ਹੁਣ ਤੋੜੇ ਭਰੂ ਨੂੰ ਤੇ ਇਹ ਚੈੱਕ ਕਰੋ ਜੀ, ਇੱਥੇ ਹਲਕੀ ਜੀ ਵਿੱਚ ਕੋਈ ਧੂੜ ਮੱਟੀ ਹੈ ਤੇ ਉਹ ਵੀ ਕੱਢੀ ਜਾਂਦੇ ਨੇ। ਮਤਲਬ ਸਾਫ਼ ਸ਼ਫਾਫ ਸੋਨੇ ਵਰਗੀ ਜਿਹੜੀ ਮਕਈ ਉਹ ਜਨਾਬ ਮਿੱਲਾਂ ਤੇ ਜਾ ਰਹੀ ਹੈ, ਲੇਕਿਨ ਰੇਟ ਜਿਹੜਾ ਕਿਸਾਨਾਂ ਨੂੰ ਠੀਕ ਨਹੀਂ ਲੱਭਦਾ ਪਿਆ। ਇਸ ਮਕਈ ਦਾ ਜਿਹੜਾ ਸੌਦਾ ਹੋਇਆ ਉਹ 1900 ਰੁਪਏ ਮਣ ਦਾ ਹੋਇਆ। ਇਹਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਤੋੜੇ ਮਗਰੋਂ 1.25 ਕਿਲੋ ਜਿਹੜਾ ਨਾ ਮਕਈ ਦਾ ਉਹਨਾਂ ਵਾਧੂ ਲੈਣਾ ਹੈ। ਮਤਲਬ ਕਿਲੋ ਜਿਹੜਾ ਪੱਕਾ ਹੋ ਗਿਆ, ਅਗਰ 1900 ਦੇ ਹਿਸਾਬ ਨਾਲ 47-48 ਰੁਪਏ ਕਿਲੋ ਦਾ ਬਣਦੇ ਹੈਗੇ ਨੇ। ਤੇ ਉਹਦੀ ਜਿਹੜੀ ਚੱਟੀ ਹੈ ਨਾ, ਉਹ ਵੀ ਜ਼ਮੀਂਦਾਰ ਕਿਸਾਨ ਭਾਈਆਂ ਨੂੰ ਹੀ ਹੈ। ਤੇ ਨਾਲ ਪਾਈਆ ਮਣ ਜਿਹੜਾ ਚੁੰਗੀ ਦਾ ਉਹ ਵੀ ਕਿਸਾਨ ਭਾਈਆਂ ਦੇਣੀ ਹੈ। ਤੇ ਇਹਦੇ ਵਿੱਚ ਤੁਸੀਂ ਖਰਚੇ ਕੱਢ ਲਓ, ਫਿਰ ਜ਼ਮੀਨ ਦਾ ਠੇਕਾ ਕੱਢ ਲਓ, ਤੇ ਬਾਕੀ ਤੁਸੀਂ ਆਪੇ ਲੇਖਾ ਲਾਓ ਲਓ ਵੀ ਜ਼ਮੀਂਦਾਰਾਂ ਨੂੰ ਕੀ ਬਚੇਗਾ। ਤੇ ਉਸ ਦੇ ਨਾਲ ਨਾਲ ਖਾਦਾਂ ਦਾ ਰੇਟ ਉੱਥੇ ਹੈ, ਟਰੈਕਟਰ ਜਿਹੜੇ ਨੇ 3-3 ਲੱਖ ਰੁਪਈਆ ਫਿਰ ਮਹਿੰਗੇ ਹੋ ਗਏ ਨੇ। ਇਸੇ ਤਰੀਕੇ ਕੋਈ ਵੀ ਜ਼ਰਾਤ ਵਾਸਤੇ ਸਾਨੂੰ ਚੀਜ਼ ਚਾਹੀਦੀ ਹੈ, ਸਪਰੇਅ ਚਾਹੀਦਾ ਹੈ, ਖਾਦ ਚਾਹੀਦੀ ਹੈ, ਉਹਦਾ ਰੇਟ ਉੱਤੇ ਤੁੱਤੇ ਹੈ। ਤੇ ਜੋ ਵੀ ਚੀਜ਼ ਸਸਤੀ ਹੋਈ ਹੈ ਉਹ ਸਿਰਫ ਜ਼ਮੀਂਦਾਰ ਦੀ ਫਸਲ ਹੀ ਸਸਤੀ ਹੋਈ ਹੈ, ਜਿਹਦੀ ਗਵਾਹੀ ਪੱਲੇਦਾਰਾਂ ਦੇ ਲੀਡਰ ਨੇ ਵੀ ਦਿੱਤੀ ਹੈ, ਬਿਨਿਆਮੀਨ ਸਾਹਿਬ ਨੇ। ਇਹ ਹੁਣ ਲੱਗਦਾ ਪਿਆ ਜੇ ਝਾੜ ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਦੱਸਦਾ ਚੱਲਾਂ ਵੀ ਬਾਸ ਦੋਸਤ ਕਹਿਣਗੇ ਵੀ ਇਹਦਾ ਵਜ਼ਨ ਨਹੀਂ ਕਰਦੇ ਪਏ ਤੇ ਫੁੱਲ ਭਰ ਕੇ ਰੱਖੀਆਂ ਆਉਂਦੇ ਨੇ। ਤੇ ਕਿਸਾਨ ਵੀਰ ਭਰਾਓ,
ਇਹਦਾ ਵੱਡਾ ਕੰਡਾ ਹੋਵੇਗਾ, ਛੋਟਾ ਕੰਡਾ ਨਹੀਂ ਵੱਡਾ ਕੰਡਾ, ਤੇ ਉੱਥੇ ਵਜ਼ਨ ਹੋ ਜਾ ਸੀ। ਫਿਰ ਜਨਾਬ ਆੜਤ ਵਾਲੇ ਜਿਹੜੇ ਨੇ ਉਹ ਇਹਦੇ ਨਗ ਗਿਣ ਲਵਣਗੇ, 100 ਤੋੜਾ ਜਾਂ 200 ਤੋੜਾ ਉਹਦੇ ਹਿਸਾਬ ਨਾਲ ਵਿੱਚੋਂ ਕਟੌਤੀ ਕਰ ਲਵਣਗੇ, ਤੇ ਬਾਕੀ ਵਜ਼ਨ ਉਹਨਾਂ ਦੇ ਕੋਲ ਹੀ ਹੋਵੇਗਾ। ਲੇਕਿਨ ਉੱਥੇ ਵੀ ਬੜਾ ਰੌਲਾ ਹੁੰਦਾ ਵੱਡੇ ਕੰਡੇ ਦਾ। ਉੱਥੇ ਕਹਿੰਦੇ ਨੇ ਆ ਜਿਹੜੀ 5 ਮਣ ਨੂੰ ਵਾਈਬ੍ਰੇਸ਼ਨ ਆ ਗਈ, ਆ ਫਲਾਣਾ ਆ ਗਿਆ, ਢਮਕਾਣਾ ਆ ਗਿਆ। ਇਹ ਬੜਾ ਯਾ ਬਖਾਨਾ ਹੈ, ਪਤਾ ਨਹੀਂ ਉਹ ਵਾਈਬ੍ਰੇਸ਼ਨ ਜ਼ਮੀਂਦਾਰਾਂ ਦੇ ਪੇਟੇ ਕਿਉਂ ਹੁੰਦੀ ਹੈ। ਤੇ ਇਹ ਭਰਾ ਜਿਹੜੇ ਨਾਲੋਂ ਨਾਲ ਸੀਂਦੇ ਪਏ ਨੇ, ਤੇ ਮਾਸ਼ਾਅੱਲਾ ਬਹੁਤ ਮਿਹਨਤ ਲੋਕ ਕਰ ਰਹੇ ਨੇ। ਤੇ ਬਾਕੀ ਇਹ ਹੈ ਵੀ ਇਹਨਾਂ ਕਿਸਾਨ ਵੀਰਾਂ ਦਾ ਨਾ ਆ ਬੱਚਾ ਵੇਖੋ ਗੁਜ਼ਾਰਾ ਬੜਾ ਔਖਾ ਹੁੰਦਾ ਪਿਆ ਹੈ। ਐਨੀ ਉਮਰ ਬੜਾਈ ਦੀ ਆ ਗਈ ਹੈ ਤੇ ਵੇਖੋ ਜੇ ਇੰਨੀ ਮਹਿੰਗਾਈ ਹੈ, ਚੋਣ ਦੀ ਪੱਲੇਦਾਰੀ ਕਰ ਰਹੇ। ਹਾਂ ਵੀ ਛੋਟੇ ਪੜਦਾ ਹੈ। ਅੱਛਾ ਡਰਾਈਵਰੀ ਕਰਦੇ ਜੇ। ਮਹਿੰਗਾਈ ਦੇ ਵਿੱਚ ਆ ਅੱਛਾ ਡਰਾਈਵਰੀ ਕਰਦੇ ਜੇ, ਛੱਡ ਗਏ ਨੇ ਪੜਨ। 5 ਸਾਲ ਪਹਿਲੇ ਹੀ ਰਾਜੀ ਹੋ ਗਏ ਨੇ। ਠੀਕ ਹੈ, ਮਹਿੰਗਾਈ ਹੀ ਇੰਨੀ ਹੈ। ਸਹੀ ਹੈ। ਤੇ ਕਿਸਾਨ ਵੀਰ ਭਰਾ ਹੁਣ ਮੈਨੂੰ ਦਿਓ ਇਜਾਜ਼ਤ। ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ। ਅੱਲਾ ਹਾਫਿਜ਼। ਪਾਕਿਸਤਾਨ ਜ਼ਿੰਦਾਬਾਦ।